पहला शेर है, चिट्टी चादर लादे कुड़िए, पा फकीरा लोई। चिट्टी चादर लादे कुड़िए, पा फकीरा लोई। चिट्टी चादर दाग लगैसी, चिट्टी चादर दाग लगैसी, लोई दाग न कोई। इसका क्या मतलब? पंजाबी। भाई ने बड़ी सोहनी तशरीह की सी। उसको रिपीट नहीं करना तू, वो तशरीह बहुत अच्छी है, उसी तक रहने दे। मालिक नहीं समझते नहीं, लेकिन वही सेम ही स्टोरी है कि चिट्टी चादर ला दे कुड़िए ते पा फकीरां लोई। यानी कि अगर आम अल्फाज दी तशरीह करिए तो वो कहना चाह रहे हैं कि अपना जड़ा। अच्छा छोड़ इसको, हाँ जी, इसकी तशरीह कर। शरा शरीयत दे महल उचेरे, नीवी फकर दी मोरी हो, आलम फाजल लंघन नहीं दिंदे, जो लंघया सो चोरी हो। इसकी तशरीह कर। सुल्तान साहब कह रहे हैं कि थोड़ा करीब कर लो जी, सुल्तान हकबोर रहमतुल्लाह फरमाते हैं कि शीन शरा दे महल उचेरे, जेड़ी शरीयत दे कानून ने, जेड़ी मौलवियां ने रट लाई है कि शरीयत दे अगे कुछ नहीं है, ਇਹਦੇ ਬਹੁਤ ਵੱਡੇ ਵੱਡੇ ਮੀਨਾਰ ਇਹਨਾਂ ਨੇ ਬਣਾਏ ਨੇ, ਬਹੁਤ ਵੱਡੇ ਵੱਡੇ ਕਾਨੂੰਨ ਬਣਾਏ, ਕਿਉਂਕਿ ਸ਼ਰੀਅਤ ਇੱਕ ਕਾਨੂੰਨ ਹੈ। ਤੇ ਉਹ ਕਹਿੰਦੇ ਨੇ ਕਿ ਸ਼ੀਨ ਸ਼ਰਾ ਦੇ ਮਹੱਲ ਉਚੇਰੇ, ਬਹੁਤ ਵੱਡੇ ਵੱਡੇ ਕਾਨੂੰਨ ਆ ਇਹਦੇ ਵਿੱਚ, ਲੇਕਿਨ ਫਕਰ ਦੀ ਜਿਹੜੀ ਆ ਰਸਤਾ ਉਹ ਬਿਲਕੁਲ ਛੁਪ ਛੁਪਾ ਕੇ ਨੀਵੀਂ ਫਕਰ ਦੀ ਮੋਰੀ ਹੋ ਕਿ ਜਿਹੜਾ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਫਕਰ ਅਪਣਾਓ, ਤੇ ਉਹ ਜਿਹੜਾ ਸੀਨੇ ਦਾ ਇਲਮ ਹੈ, ਉਹ ਜਿਹੜੀ ਰੂਹਾਨੀਅਤ ਦਾ ਇਲਮ ਹੈ, ਜਿਹੜਾ ਫਕਰ ਦਾ ਇਲਮ ਹੈ, ਜਿਹੜਾ ਰੱਬ ਨਾਲ ਮਿਲਾਉਂਦਾ, ਜਿਹੜਾ ਕਲਬ ਤੇ ਰੂਹ ਨੂੰ ਬੇਦਾਰ ਕਰਦਾ ਹੈ, ਕਿ ਉਹਦੀ ਰਸਤਾ ਜਿਹੜਾ ਉਹ ਬਿਲਕੁਲ ਹੀ ਛੁਪ ਛੁਪਾ ਕੇ ਅੰਦਰੋਂ ਅੰਦਰ ਸੀਨਾ ਬਸੀਨਾ ਮਿਲੇਗਾ, ਕਿਸੇ ਖਾਸ ਮੁਰਸ਼ਿਦ ਕੋਲੋਂ ਮਿਲੇਗਾ। ਉਸ ਮੁਰਸ਼ਿਦ ਨੂੰ ਤਲਾਸ਼ ਕਰੋ। ਹਜ਼ੂਰ ਪਾਕ ਨੇ ਫਰਮਾਇਆ ਹੈ ਕਿ ਖਵਾ ਇਲਮ ਹਾਸਲ ਕਰੋ, ਖਵਾ ਤੁਹਾਨੂੰ ਚੀਨ ਤੱਕ ਜਾਣਾ ਪਵੇ। ਉਹਨਾਂ ਦਾ ਮਤਲਬ ਹਜ਼ੂਰ ਪਾਕ ਦਾ ਇਹ ਫਰਮਾਨਦਾ ਹੈ ਕਿ ਤੁਸੀਂ ਪੂਰੀ ਦੁਨੀਆ ਦਾ ਸਫ਼ਰ ਕਰੋ, ਬੇਸ਼ੱਕ ਤੁਹਾਨੂੰ ਚੀਨ ਤੱਕ ਜਾਣਾ ਪੜੇ, ਐਸਾ ਬੰਦਾ ਤਲਾਸ਼ ਕਰੋ ਜਿਹੜਾ ਹਬਲ ਅੱਲਾ ਹੋਵੇ, ਜਿਹੜਾ ਰੱਬ ਵੱਲੋਂ ਅਪੁਆਇੰਟਡ ਹੋਵੇ। ਉਸ ਬੰਦੇ ਨੂੰ ਤਲਾਸ਼ ਕਰੋ ਤਾਂ ਕਿ ਉਹ ਤੁਹਾਡੇ ਦਿਲ ਦਾ ਦਰਵਾਜ਼ਾ ਖੋਲ ਕੇ ਉਹ ਫਕਰ ਵਾਲਾ ਇਲਮ ਜਿਹੜਾ, ਮੌਲਾ ਅਲੀ ਵਾਲਾ ਇਲਮ ਜਿਹੜਾ, ਉਹ ਤੁਹਾਡੇ ਸੀਨੇ ਦੇ ਵਿੱਚ ਵਿਵਸਥਾ ਕਰੇ, ਅੱਲਾ ਦਾ ਨਾਂ ਤੁਹਾਡੇ ਦਿਲ ਦੀਆਂ ਧੜਕਣਾਂ ਵਿੱਚ ਪਾਵੇ, ਤੁਹਾਡੇ ਅੰਦਰ ਉਹਦੇ ਨਾਲ ਨੂਰ ਬਣੇ, ਉਹ ਤੁਹਾਡੀਆਂ ਰੂਹਾਂ ਨੂੰ ਮੁਨੱਵਰ ਕਰੇ ਤੇ ਤੁਸੀਂ ਅੱਲਾ ਰਸੂਲ ਦਾ ਦੀਦਾਰ ਕਰਨ ਦੇ ਕਾਬਿਲ ਹੋ ਜਾਓ। ਤੇ ਮੌਲਵੀਆਂ ਦੇ ਜਿਹੜੇ ਨਮਾਜ਼ਾਂ ਤੇ ਦਾੜੀ ਤੇ ਸਜਦੇ ਤੇ ਦਿਖਾਵੇ ਦੀਆਂ ਇਬਾਦਤਾਂ, ਤੇ ਇਹਦੇ ਨਾਲ ਨਾ ਨਫਸ ਪਾਕ ਹੁੰਦਾ ਜ਼ਾਹਰੀ ਇਬਾਦਤ ਦੇ ਨਾਲ, ਨਾ ਹੀ ਬੰਦੇ ਦੀ ਰੂਹ ਮੁਨੱਵਰ ਹੁੰਦੀ ਹੈ, ਨਾ ਹੀ ਅੱਲਾ ਰਸੂਲ ਦਾ ਦੀਦਾਰ ਹੁੰਦਾ ਹੈ। ਤੇ ਉਹਨਾਂ ਦੇ ਵੱਡੇ ਵੱਡੇ ਲੈਕਚਰ ਨੇ, ਵੱਡੀਆਂ ਵੱਡੀਆਂ ਤਕਰੀਰਾਂ ਨੇ, ਤੇ ਉਹ ਕਹਿਣਾ ਚਾਹੁੰਦੇ ਨੇ ਕਿ ਸ਼ੀਨ ਸ਼ਰਾ ਦੇ ਮਹੱਲ ਉਚੇਰੇ ਤੇ ਨੀਵੀਂ ਫਕਰ ਦੀ ਮੋਰੀ ਹੋ, ਤੇ ਆਲਮ ਫਾਜ਼ਲ ਲੰਘਣ ਨਹੀਂ ਦਿੰਦੇ, ਤੇ ਜੋ ਲੰਘਿਆ ਸੋ ਚੋਰੀ ਹੋ। ਤੇ ਇਹਨਾਂ ਮੌਲਵੀਆਂ ਨੇ ਹੀ ਮਸਜਿਦ ਜ਼ਰਾਰ ਬਣਾਈ ਸੀ। ਇਹਨਾਂ ਨੂੰ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਨਾਲ ਬੁਗਜ਼ ਆ। ਇਹ ਉਲਮਾ ਸੂ ਜਿਹੜੇ ਨੇ, ਇਹ 99% ਹਰ ਜਗ੍ਹਾ ਤੁਹਾਨੂੰ ਮਿਲਣਗੇ। ਇਹ ਤੁਹਾਨੂੰ ਅੱਲਾ ਰਸੂਲ ਵੱਲ ਨਹੀਂ ਜਾਣ ਦੇਣਗੇ। ਇਹ ਆਪਣੀ ਦੁਕਾਨਦਾਰੀ ਚਮਕਾਉਣ ਵਾਸਤੇ ਤੁਹਾਨੂੰ ਆਪਣੇ ਕੋਲ ਬਿਠਾ ਕੇ ਰੱਖਣਗੇ, ਨਵੀਆਂ ਨਵੀਆਂ ਗੱਲਾਂ ਸੁਣਾਉਣਗੇ ਕਿ ਤੁਸੀਂ ਇਹ ਕਰੋ, ਇਹ ਆਇਤ ਪੜ੍ਹ ਲਓ, ਇਹ ਹੋ ਜਾਏਗਾ, ਇੰਨੀਆਂ ਨਮਾਜ਼ਾਂ ਦਾ ਸਾਨੂੰ ਪੈਸੇ ਦਿਓ, ਅਸੀਂ ਤੁਹਾਡਾ ਪਹਿਲੇ ਉਹਦਾ ਹਿਸਾਬ ਕਿਤਾਬ ਕਰ ਦਿੰਦੇ ਹਾਂ। लेकिन इन्हां मौलवियों के पीछे लगोगे तो अल्लाह रसूल तक तुसी बिल्कुल नहीं पहुंच सकते। आम आदमी तो ये समझता है जी मालिक कि ये मौलवी लोगों को नमाज रोज़ा हज ज़कात में लगा रहे हैं, मस्जिद में बुला रहे हैं, तो अल्लाह की तरफ ही बुला रहे हैं ना जी। तो सुल्तान बाहू ने ये क्या कहा कि भाई आलम फाजल लंगर नहीं देंदे। आलम फाजल कैसे अल्लाह के रास्ते से इनको रोक रहे हैं? वो तो नमाज कुरान हदीस में मस्जिद में बुला रहे हैं, अल्लाह के रास्ते से किस तरह रोकना हुआ? बेशक मालिक, वो कहते हैं कि सारा कुछ यही है जो जानते ने, नमाज रोज़ा हज ज़कात, ਉਹਦੇ ਮੁਤਲਕ ਉਹ ਕਹਿੰਦੇ ਨੇ ਕਿ ਤੁਸੀਂ ਇਹੀ ਕਰੋ, ਇਹਦੇ ਵਿੱਚ ਹੀ ਸਾਰਾ ਕੁਝ है। तो नमाज रोज़ा करने से अल्लाह नहीं मिलता? नमाज अल्लाह तो दिल से मिलता है ना। सरकार ने फरमाया दिल के अंदर एक रूह है, कल्ब,
अगर वो मुनव्वर होएगा तो वो मलकूत की सैर करेगा। तो ये जो नमाजें पढ़ रहे हैं, हज कर रहे हैं, ज़कात दे रहे हैं, इनको रब नहीं मिलेगा? सरकार नमाज ਜਿਹੜੀ ਹੈ ਉਹ ਹਜ਼ੂਰ ਪਾਕ ਸੱਲੱਲਾਹੁ ਅਲੈहि ਵਸੱਲਮ ਨੇ ਜਿਸ ਤਰ੍ਹਾਂ ਤੁਸੀਂ ਫਰਮਾਇਆ ਕਿ ਹਜ਼ੂਰ ਨੇ ਫਰਮਾਇਆ ਕਿ ਅਗਰ ਕਲਬ ਤੇਰਾ ਹਾਜ਼ਰ ਨਹੀਂ ਹੈ ਤੇ ਉਹ ਤੇਰੀ ਨਮਾਜ਼ ਕਬੂਲ ਹੀ ਨਹੀਂ ਹੁੰਦੀ। ਅਗਰ ਤੇਰੇ ਜ਼ੁਬਾਨ ਤੇ ਇਕਰਾਰੋਂ ਬਿਲ ਲਿਸਾਨ ਹੈ, ਤਸਦੀਕੋਂ ਬਿਲ ਕਲਬ ਹੈ ਹੀ ਨਹੀਂ, ਜ਼ੁਬਾਨ ਇਕਰਾਰ ਕਰਦੀ ਹੈ, ਦਿਲ ਅੰਦਰੋਂ ਉਹਦੇ ਵਿੱਚ ਸ਼ੈਤਾਨ ਹੈ ਤੇ ਉਹ ਪਾਕ ਹੀ ਨਹੀਂ ਹੈ, ਤੇਰਾ ਨਫਸ ਪਾਕ ਹੀ ਨਹੀਂ ਹੈ, ਤੇਰੀ ਪ੍ਰਵਾਜ਼ ਅੱਲਾ ਰਸੂਲ ਤੱਕ ਅੰਦਰ ਦੀ ਰੂਹ ਜਾ ਕੇ ਅੱਲਾ ਰਸੂਲ ਦਾ ਦੀਦਾਰ ਕਰੇਗੀ ਨਾ, ਤੇ ਅੰਦਰ ਨੂੰ ਤੇ ਤੂੰ ਟੱਚ ਹੀ ਨਹੀਂ ਕੀਤਾ। ਸਰਕਾਰ ਨੇ ਫਰਮਾਇਆ ਕਿ ਸੱਪ ਜਿਹੜਾ ਉਗਾਰ ਦੇ ਅੰਦਰ ਹੈ, ਡੰਡੇ ਤੁਸੀਂ ਬਾਹਰੋਂ ਮਾਰ ਰਹੇ ਹੋ ਤੇ ਉਹ ਡੰਡੇ ਤੇ ਸੱਪ ਨੂੰ ਲੱਗ ਹੀ ਨਹੀਂ ਰਹੇ, ਸੱਪ ਤੇ ਅੰਦਰ ਹੈ। ਨਫਸ ਜਿਹੜਾ ਸਰਕਾਰ ਨੇ ਫਰਮਾਇਆ ਤੁਹਾਡੇ ਅੰਦਰ ਹੈ, ਅੰਦਰੋਂ ਕੋਈ ਦਵਾਈ ਜਾਏਗੀ, ਉਹਨੂੰ ਪਾਕ ਕਰੇਗੀ, ਰੂਹ ਨੂੰ ਮੁਨੱਵਰ ਕਰੇਗੀ, ਫਿਰ ਅੱਲਾ ਰਸੂਲ ਦੇ ਕੋਲ ਜਾਣ ਦੇ ਕਾਬਿਲ ਹੋਏਗੀ। ये जो लोगों को फिर मुगलता है, जो हज को जा रहे हैं, गाड़ियाँ रखी हुई हैं, ज़कात दे रहे हैं, रोज़े रख रहे हैं, तो इनको कुछ नहीं मिलेगा, अल्लाह का रास्ता इनको नज़र नहीं आएगा। सरकार क्या बनेगा इनका? ਇਬਾਦਤ ਹੀ ਹੈ, ਇਬਾਦਤ ਨਾਲ ਸ਼ਾਇਦ ਸ਼ਫਾਤ ਹਜ਼ੂਰ ਪਾਕ, ਉਹ ਵੀ ਅਗਰ ਉਹਨਾਂ ਦਾ ਈਮਾਨ ਸੱਚਾ ਹੋਏ ਮੌਲਾ ਅਲੀ ਤੇ ਪੰਜਤਨ ਪਾਕ ਤੇ ਹਜ਼ੂਰ ਪਾਕ ਤੇ ਸ਼ਾਇਦ ਉਹਨਾਂ ਦੀ ਸ਼ਫਾਤ ਹੋ ਜਾਏ। ਲੇਕਿਨ ਸਰਕਾਰਾਂ ਨੇ ਫਰਮਾਇਆ ਕਿ 7 ਜਨਤਾ ਨੇ ਕਿਹੜੀ ਜੰਨਤ ਤੇ ਜਾਓਗੇ, 7 ਰੂਹਾਂ ਨੇ ਅੰਦਰ, ਹਰ ਇੱਕ ਰੂਹ ਦਾ ਇੱਕ ਜੰਨਤ ਨਾਲ ਤਾਲੁਕ ਹੈ। ਤੁਸੀਂ ਉਹਨਾਂ ਨੂੰ ਤਿਆਰ ਕਰੋਗੇ ਤੇ ਫੇਰ ਹੀ ਤੁਸੀਂ ਉੱਥੇ ਪਹੁੰਚੋਗੇ, ਤੁਸੀਂ ਉਮਤੀ ਬਣੋਗੇ ਤੇ ਫੇਰ ਹੀ ਤੁਸੀਂ ਹਜ਼ੂਰ ਪਾਕ ਦੇ ਸੱਚੇ ਉਮਤੀ ਦਾ ਸਰਕਾਰਾਂ ਨੇ ਫਰਮਾਇਆ ਕਿ ਕਿਆਮਤ ਵਾਲੇ ਦਿਨ ਸਾਰੀਆਂ ਉਮਤਾਂ ਉੱਥੇ ਖੜੀਆਂ ਹੋਣਗੀਆਂ ਰੋਜ਼ੇ ਮਹਿਸ਼ਰ ਵਿੱਚ। ਤੁਸੀਂ ਕਿਸ ਤਰ੍ਹਾਂ ਪਹਿਚਾਨੋਗੇ ਕਿ ਮੂਸਾ ਅਲੈਹਿਸਲਾਮ ਦੀ ਕਿਹੜੀ ਉਮਤ ਹੈ, ਈਸਾ ਅਲੈਹਿਸਲਾਮ ਦੀ ਕਿਹੜੀ ਉਮਤ ਹੈ, ਹਜ਼ੂਰ ਪਾਕ ਦੀ ਕਿਹੜੀ ਉਮਤ ਹੈ? ਸਰਕਾਰਾਂ ਨੇ ਫਰਮਾਇਆ ਨਾ ਕਿ ਇਸ ਦੁਨੀਆ ਵਿੱਚ ਤੁਸੀਂ ਦੇਖਦੇ ਹੋ ਪੁਲਿਸ ਵਾਲਾ ਤੇ ਉਹਦੇ ਪੁਲਿਸ ਦੀ ਮੋਹਰ ਲੱਗੀ ਹੈ, ਕਸਟਮ ਵਾਲਾ ਉਹਦੇ ਕਸਟਮ ਦੀ ਮੋਹਰ, ਤੁਸੀਂ ਪਹਿਚਾਨ ਲੈਂਦੇ ਹੋ। ਇਸੇ ਤਰ੍ਹਾਂ ਹੀ ਸਰਕਾਰਾਂ ਨੇ ਫਰਮਾਇਆ ਕਿ ਜਿਹਦੇ ਦਿਲ ਦੇ ਉੱਤੇ ਅੱਲਾ ਲਿਖਿਆ ਹੋਏਗਾ ਉਹ ਕਿਆਮਤ ਵਾਲੇ ਦਿਨ ਪਹਿਚਾਨਾ ਜਾਏਗਾ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਉਮਤੀ ਹੈ, ਕਿਉਂਕਿ ਉਹਦੇ ਦਿਲ ਦੇ ਉੱਤੇ ਅੱਲਾ ਲਿਖਿਆ ਹੈ। ਕੁਰਾਨ ਸ਼ਰੀਫ ਨੇ ਵੀ ਫਰਮਾਇਆ ਕਿ ਉਲਾਇਕਾ ਕਾਤਬਾ ਫੀ ਕੁਲੂਬਿਹਿਮੁਲ ਈਮਾਨ, ਕੁਛ ਲੋਕ ਐਸੇ ਨੇ ਜਿਨ੍ਹਾਂ ਦੇ ਦਿਲਾਂ ਦੇ ਉੱਤੇ ਮੈਂ ਆਪਣਾ ਨਾਂ ਤਹਿਰੀਰ ਕਰ ਦਿੰਨਾ। ਤੇ ਉਹ ਇਸੇ ਤਰ੍ਹਾਂ ਮੂਸਾ ਅਲੈਹਿਸਲਾਮ ਦਾ ਸਰਕਾਰਾਂ ਨੇ ਫਰਮਾਇਆ ਕਿ ਯਾਕੂਦੂਸ ਦਾ ਨਾਂ ਲਿਖਿਆ ਹੋਏਗਾ। ਉਹ ਜਿਹਦੇ ਨਬੀ ਨੇ ਆਪਣੀ ਉਮਤ ਦੇ ਦਿਲਾਂ ਦੇ ਉੱਤੇ ਉਹ ਨਾਂ ਜਿਹੜਾ ਰੱਬ ਵੱਲੋਂ ਮਿਲਿਆ ਸੀ ਉਹ ਲਿਖਿਆ ਹੋਏਗਾ ਤੇ ਉਹ ਵੀਜ਼ਾ ਹੋਏਗਾ। याकूदूस का ईसा अलैहिस्सलाम क्यों? ਈਸਾ ਅਲੈਹਿਸਲਾਮ ਯਾਕੂਦੂਸ ਜਾਂ ਰਹਿਮਾਨ ਮੂਸਾ ਅਲੈਹਿਸਲਾਮ, ਤੇ ਉਹ ਜਿਹਦਾ ਨਾਂ ਲਿਖਿਆ ਹੋਏਗਾ ਉਹ ਹੀ ਸੱਚਾ ਉਮਤੀ ਹੋਏਗਾ। ਨਮਾਜ਼ਾਂ ਬੇਸ਼ੱਕ ਇਬਾਦਤ ਹੈ, ਨਮਾਜ਼ ਪੜੋ, ਰੋਜ਼ਾ ਰੱਖੋ, ਹਜ ਕਰੋ, ਲੇਕਿਨ ਉਹ ਨੂਰ ਅੰਦਰ ਤਾਂ ਨਹੀਂ ਗਿਆ, ਰੂਹ ਤੇ ਮੁਨੱਵਰ ਨਹੀਂ ਹੋਈ। ਉਹ ਜਿਸਮ ਦੀ ਇਬਾਦਤ ਹੈ, ਜਿਸਮ ਦੀ ਇਬਾਦਤ ਨਾਲ ਥੋੜਾ ਬਹੁਤ ਸਵਾਬ ਮਿਲ ਜਾਏਗਾ, ਲੇਕਿਨ ਰੱਬ ਦੀ ਮੁਹੱਬਤ, ਰੱਬ ਦਾ ਇਸ਼ਕ ਤੇ ਉਹ ਫਕਰ ਦੀ ਤਾਲੀਮ ਤੇ ਰੂਹ ਦਾ ਮੁਨੱਵਰ ਹੋ ਕੇ ਅੱਲਾ ਰਸੂਲ ਦਾ ਦੀਦਾਰ ਕਰਨਾ ਇਹ ਮੁਮਕਿਨ ਨਹੀਂ ਹੈ। एक शेर और है, खा कबाब पी शराब पर बाल हड्डां दी अग, चोरी कर ते पनगर रब दा उस ठगां दे ठग नूं ठग। इसका क्या मतलब है? ਜੀ ਮਾਲਿਕ, ਤੁਸੀਂ ਪਹਿਲੇ ਵੀ ਇਹਦੀ ਤਸ਼ਰੀਫ ਫਰਮਾਈ ਹੈ, ਲੇਕਿਨ ਰੱਬ ਦਾ ਘਰ ਤੇ ਦਿਲ ਹੀ ਹੈ ਨਾ, ਇਹ ਦਿਲ ਦੇ ਅੰਦਰ ਰੱਬ ਰਹਿੰਦਾ ਵਾ। अच्छा, हर आदमी के दिल में रब रहता है? ਨਹੀਂ, ਰੱਬ ਨੂੰ ਤੁਸੀਂ ਫਰਮਾਇਆ ਕਿ ਰੱਬ ਨੂੰ ਲਿਆਣਾ ਪੈਂਦਾ ਹੈ। अच्छा, तो मेरा हवाला क्यों दे रहा है? सिर्फ बात बोलना। ਜੀ, ਰੱਬ ਨੂੰ ਦਿਲ ਵਿੱਚ ਲਿਆਣਾ ਪੈਂਦਾ ਹੈ। अच्छा, ਤੇ ਦਿਲ ਦਾ ਦਰਵਾਜ਼ਾ ਮੁਰਸ਼ਿਦ ਖੋਲਦਾ ਹੈ। हाँ, ये हुई ना बात। ਹਾਂਜੀ, ਚਾਬੀ ਜਿਹੜੀ ਹੈ ਉਹ ਮੁਰਸ਼ਿਦ ਦੇ ਕੋਲ ਹੈ। ਉਹ ਕਲਬ ਜਿਹੜਾ ਉਹਦਾ ਦਰਵਾਜ਼ਾ, ਜਿਸ ਤਰ੍ਹਾਂ ਹਿੰਦੂ ਲੋਕ ਕਹਿੰਦੇ ਨੇ ਮਨ ਇੱਕ ਮੰਦਿਰ ਹੈ। ਮੰਦਿਰ ਦਾ ਮਤਲਬ ਹੈ ਕਿ ਮਨ ਦਾ ਮਤਲਬ ਹੈ ਦਿਲ, ਤੇ ਦਰ ਦਾ ਮਤਲਬ ਹੈ ਡੋਰ, ਤੇ ਦਿਲ ਦਾ ਦਰਵਾਜ਼ਾ। ਮੰਦਿਰ ਦਾ ਮਤਲਬ ਹੈ ਕਿ ਦਿਲ ਦਾ ਦਰਵਾਜ਼ਾ। ਉਹ ਮੁਰਸ਼ਿਦ ਜਿਹੜਾ ਉਹ ਆਪਣੀ ਨਿਗਾਹ ਦੇ ਨਾਲ ਦਿਲ ਦਾ ਦਰਵਾਜ਼ਾ ਖੋਲ ਕੇ ਉਹਦੇ ਅੰਦਰ ਜਿਹੜੀ ਆਤਮਾ ਹੈ, ਜਿਹੜੀ ਰੂਹ ਹੈ, ਕਲਬ, ਉਹਦਾ ਨਾਂ ਕਲਬ ਹੈ, ਉਹਨੂੰ ਮੁਰਸ਼ਿਦ ਮੁਨੱਵਰ ਕਰਦਾ ਹੈ ਤੇ ਭੰਨ ਕਰ ਰੱਬ ਦਾ, ਤੇ ਉਹ ਦਿਲ ਦਾ ਦਰਵਾਜ਼ਾ ਖੁਲਵਾ ਕਿਸੇ ਮੁਰਸ਼ਿਦ ਦੇ ਕੋਲੋਂ, ਤੇ ਉਹ ਜਿਹੜਾ ਰੱਬ ਹੈ। एक एक करके करो ना ਜੀ ਮਾਲਿਕ। खा कबाब, हाँ, यहाँ से शुरू करो ना, तुम आखिर से घर के ऊपर चढ़ गए। शुरू से करो ना यार। खा कबाब ते पी शराब पर बाल हड्डां दी अग। हाँ, अब इसकी तशरीह करो पहले। हाँ जी, जिस्म तेरा कबाब खांदा है, जिस्म तेरा शराब पींदा है, ਤੇ ਇਹ ਜਿਸਮ ਨੇ ਤੇ ਇੱਥੇ ਰਹਿ ਜਾਣਾ। ਤੂੰ ਰੱਬ ਜਿਹੜਾ ਉਹ ਚਮਕ ਦੇ ਦਿਲ ਨੂੰ ਦੇਖਦਾ। मैंने ये तशरीह की थी। ਨਹੀਂ
ਲੇਕਿਨ ਤੂੰ ਸ਼ਰਾਬ ਵੀ ਪੀਣਾ ਹੈ, ਲੇਕਿਨ ਤੁਸੀਂ ਇਹਦਾ ਰੂਹਾਨੀ ਤੁਸੀਂ ਦੱਸਿਆ ਸੀਗਾ ਕਿ ਆਪਣੀ ਹੱਡੀਆਂ ਦੇ ਅੰਦਰ ਜ਼ਿਕਰ ਆਵੇ ਤੇ ਉਹਦੀ ਇਬਾਦਤ ਹੋਵੇ, ਪੂਰੇ ਨਸ ਨਸ ਵਿੱਚ ਅੱਲਾ ਦਾ ਨਾਂ ਆ ਜਾਏ, ਉਹਦਾ ਨੂਰ ਆ ਜਾਏ, ਤੇ ਉਹਦਾ ਇੱਧਰ ਤਸ਼ਰੀਹ ਆਂਦੀ ਕਿ ਹੱਡਾਂ तो वो ਦੀ करो ना। ਹੱਡਾਂ ਦੀ ਅੱਗ ਬਾਲ। हाँ, हड्डा दी आग में किस तरह बाली जाती है? ਜਦੋਂ ਪੂਰੇ ਜਿਸਮ ਦੇ ਵਿੱਚ ਹੱਡੀਆਂ ਦੇ ਵਿੱਚ ਰੱਬ ਦੇ ਨਾਂ ਦਾ ਜ਼ਿਕਰ ਹੁੰਦਾ, ਉਹਦਾ ਨੂਰ ਬਣਦਾ, ਤੇ ਉਹ ਅੰਦਰ ਪੂਰੇ ਜਿਸਮ ਨੂੰ ਮੁਨੱਵਰ ਕਰ ਦਿੰਦਾ, ਰੂਹਾਂ ਨੂੰ ਮੁਨੱਵਰ ਕਰ ਦਿੰਦਾ, ਤੇ ਫਿਰ ਰੱਬ ਜਿਹੜਾ ਉਹ ਇਸ ਘਰ ਦੇ ਵਿੱਚ ਆ ਜਾਂਦਾ। तो खा कबाब पी शराब का क्या मतलब है? ਇਹ ਤਾਂ ਮਾਲਿਕ ਤੁਸੀਂ ਬਿਹਤਰ ਜਾਣਦੇ ਹੋ, ਰੂਹਾਨੀ ਦੀ ਇਸਤਲਾਹ ਹੋਏਗੀ। ਅਗਰ ਇਹਨੂੰ ਜ਼ਾਰੀ ਦੇਖਿਆ ਜਾਵੇ ਤੇ ਜ਼ਾਰੀ ਵਿੱਚ ਤੇ ਇਹੀ ਲੱਗਦਾ ਕਿ वही है ना भाई, अर्जी अरवा जब आ जाएंगी, नबाती रूह आएगी, ਜੀ ਜੀ उसकी गर्मी से गोश्त जलेगा ना, वो है कबाब खाना। ਉਹ ਹੈ ਕਬਾਬ ਖਾਨਾ। ਬਿਲਕੁਲ। अच्छा, चोरी कर ते भन घर रब दा। ਰੱਬ अब इसकी तशरीह कर। ਰੱਬ ਦਾ ਘਰ ਫਿਰ ਮਾਲਿਕ ਉਹੀ ਆਂਦਾ ਜ਼ਿਹਨ ਚ ਕਿ ਦਿਲ ਹੈ, ਤੇ ਉਹਨੂੰ ਉਹਦੇ ਵਿੱਚ ਰੱਬ ਨੂੰ ਲੈ ਕੇ ਆਣਾ ਵਾ। हाँ, ਚੋਰੀ ਛੁਪੇ ਉਹ ਉਸੇ ਮੋਰੀ ਫਕਰ ਦੀ ਮੋਰੀ ਥਾਣੇ ਗੁਜ਼ਰਨਾ ਪੈਣਾ, ਜਿਸ ਤਰ੍ਹਾਂ ਉਹਨਾਂ ਨੇ ਕਿਹਾ। ਤੇ ਹਾਂ। ਤੁਸੀਂ ਇਹ ਇਲਮ ਹਾਸਲ ਕਰੋ ਜਿਹਦੇ ਨਾਲ ਰੱਬ ਤੇਰੇ ਦਿਲ ਵਿੱਚ ਆ ਜਾਏ, ਦਿਲ ਤੇਰਾ ਮੁਨੱਵਰ ਹੋ ਜਾਏ, ਉਹ ਘਰ ਸਾਫ਼ ਹੋ ਜਾਏ, ਨਫਸ ਪਾਕ ਹੋ ਜਾਏ, ਫਿਰ ਪਾਕੀਜ਼ਾ ਜਗ੍ਹਾ ਦੇ ਉੱਤੇ ਪਾਕ ਜਗ੍ਹਾ ਆ ਕੇ ਪਾਕ ਚੀਜ਼ ਆ ਕੇ ਰੁਕੇਗੀ। ਤੇ ਸਾਰੇ ਇਹ ਉਹੀ ਰੂਹ ਨੂੰ ਪਾਕ ਸਾਫ਼, ਨਫਸ ਨੂੰ ਪਾਕ ਸਾਫ਼ ਕਰਕੇ ਮੁਰਸ਼ਿਦ ਦੇ ਦਰਵਾਜ਼ੇ ਤੇ ਆ ਕੇ ਉਹਨਾਂ ਦੇ ਕੋਲੋਂ ਇਹ ਚੀਜ਼ ਹਾਸਿਲ ਕਰਕੇ ਤੇ ਅੰਦਰ ਰੂਹ ਨੂੰ ਮੁਨੱਵਰ ਕਰਕੇ ਰੱਬ ਰਸੂਲ ਨਾਲ ਨਕਸ਼। ए तन मेरा चश्मा होवे, मैं मुर्शद वेख न रज्जा हूँ। लूलू दे विच लख लख चश्मा, एक खोला एक कज्जा हूँ। ਓਏ इन्ना डिठिया पर सबर ना आवे, मैं होर किते वल ਭੱਜਾਂ। भज्जा हूँ। मुर्शद दा दीदार वे भाऊ, मैनू लख करोड़ा हज्जा हूँ। अब इसकी तशरीह करो। ਜੀ ये है ਮਾलिक, खास बात। ਜੀ ਮਾलिक। क्यों जी? ਇਹ ਤਨ ਮੇਰਾ ਜੇ ਚਸ਼ਮਾ ਹੋਵੇ, ਮੈਂ ਮੁਰਸ਼ਿਦ ਵੇਖ ਨਾ ਰੱਜਾਂ ਹੋ। हाँ, इसका क्या मतलब? ਅਗਰ ਜ਼ਾਰੀ ਤੌਰ ਤੇ ਮਾਲਿਕ ਦੇਖਿਆ ਜਾਵੇ ਤੇ ਇਹ ਅੱਖਾਂ ਜਿਹੜੀਆਂ ਸਾਡੇ ਜਿਸਮ ਦੇ ਨਾਲ ਹੈ ਨੇ, ਇਹਨਾਂ ਅੱਖਾਂ ਦੇ ਨਾਲ ਅਸੀਂ ਇੱਕ ਦੂਸਰੇ ਨੂੰ ਦੇਖਦੇ ਹਾਂ। सही। ਉਹ ਕਹਿੰਦੇ ਨੇ ਕਿ ਇਹ ਤਨ ਮੇਰਾ ਜੇ ਮੇਰਾ ਪੂਰਾ ਜਿਸਮ ਹੀ ਅੱਖਾਂ ਬਣ ਜਾਣ, ਇਹ ਤਨ ਮੇਰਾ ਜੇ ਚਸ਼ਮਾ ਹੋਵੇ ਤੇ ਮੈਂ ਮੁਰਸ਼ਿਦ ਵੇਖ ਨਾ ਰੱਜਾਂ ਹੂੰ। ਯਾਨੀ ਕਿ ਮੈਨੂੰ ਸਬਰ ਨਹੀਂ ਮਿਲ ਰਿਹਾ ਆਪਣੇ ਮੁਰਸ਼ਿਦ ਨੂੰ ਦੇਖ ਕੇ, ਆਪਣੇ ਮਹਿਬੂਬ ਨੂੰ ਦੇਖ ਕੇ, ਆਪਣੇ ਰੱਬ ਨੂੰ ਦੇਖ ਕੇ। ਮੈਨੂੰ ਇੱਕ ਜਿਹੜੀ ਮੇਰੀ ਅੱਖ ਹੈ, ਇਹਦੇ ਨਾਲ ਮੇਰਾ ਦਿਲ ਨਹੀਂ ਠੰਡਾ ਹੋਇਆ, ਮੇਰਾ ਤਿਸ਼ਨਗੀ ਨਹੀਂ ਪੂਰੀ ਹੋਈ, ਤੇ ਮੇਰਾ ਦਿਲ ਕਰਦਾ ਹੈ ਕਿ ਇਹ ਮੇਰਾ ਪੂਰਾ ਜਿਸਮ ਹੀ ਚਸ਼ਮਾ ਅੱਖਾਂ ਬਣ ਜਾਣ। ਇਹ ਤਨ ਮੇਰਾ ਜੇ ਚਸ਼ਮਾ ਹੋਵੇ ਤੇ ਮੈਂ ਮੁਰਸ਼ਿਦ ਵੇਖ ਨਾ ਰੱਜਾ ਹੂੰ, ਤੇ ਲੂਣੂ ਦੇ ਮੁੱਢ ਲੱਖ ਲੱਖ ਚਸ਼ਮਾ, ਤੇ ਇੱਕ ਖੋਲਾਂ ਇੱਕ ਕੱਜਾਂ ਹੋ। ਤੇ ਮਾਲਿਕ ਤੁਸੀਂ ਜਿਸ ਤਰ੍ਹਾਂ ਫਰਮਾਇਆ ਸੀ ਕਿ लू लू ਲੂੰ लख लख चश्मा। ਲੱਖ ਲੱਖ ਚਸ਼ਮਾ। ਜੀ ਤੁਸੀਂ ਫਰਮਾਇਆ ਸੀ ਕਿ ਜਿਸ ਤਰ੍ਹਾਂ ਇੱਕ ਆਮ ਆਦਮੀ ਅਗਰ ਉਹ ਰੂਹਾਨੀਅਤ ਸਿੱਖ ਲੈਂਦਾ ਤੇ ਉਹਦੇ ਅੰਦਰੋਂ 16 ਬੰਦੇ ਨਿਕਲ ਕੇ ਖੜੇ ਹੋ ਜਾਂਦੇ ਨੇ ਬਾਹਰ। ਯਾਨੀ ਕਿ ਕਲਬ ਦੇ ਜੁੱਸੇ ਨੇ 3, 4 ਨਫਸ ਦੇ ਜੁੱਸੇ ਨੇ, 2 ਰੂਹ ਤੇ 9 ਤੇ ਸਾਡੇ ਜੁੱਸੇ ਨੇ, 7 ਸਾਡੀਆਂ ਰੂਹਾਂ ਨੇ, ਤੇ 16 ਬੰਦੇ ਸਾਡੇ ਅੰਦਰੋਂ ਨਿਕਲ ਕੇ ਤੇ 17 ਨੰਬਰ ਸਾਡਾ ਜਿਸਮ ਹੈ, ਤੇ 17 ਬੰਦੇ ਜਿਹੜੇ ਨੇ ਤੁਸੀਂ ਇਹ ਮੌਜੂਦ ਤੁਹਾਡੇ ਅੰਦਰ 16 ਬੰਦੇ ਇੱਕ ਆਮ ਬੰਦੇ ਦੇ ਅੰਦਰ। ਲੇਕਿਨ ਜਿਹੜਾ ਕੋਈ ਖਾਸ ਰੱਬ ਦਾ ਹੁੰਦਾ ਬੰਦਾ, ਉਹ ਤੁਸੀਂ ਫਰਮਾਇਆ ਸੀ ਕਿ ਇੱਕ ਜੁੱਸੇ ਦੇ ਵਿੱਚੋਂ ਹੀ ਅੱਗਿਓਂ 81 ਜੁੱਸੇ ਹੋਰ ਨਿਕਲਦੇ ਨੇ। ਤੇ वो ਇਸੇ तो तजल्ली से निकलते, ਹਾਂਜੀ आम आदमी के थोड़े होते, ਆਮ ਆਦਮੀ ਨਹੀਂ, ਜਿਹੜਾ ਖਾਸ ਬਹੁਤ ਵਲੀ। ਖਾਸ खास वलियों आशिकों के। ਆਸ਼ਕ ਹੁੰਦਾ। आम आदमी के थोड़े होते। ਤੇ ਤੁਸੀਂ ਇਹਦਾ ਮਾਲਿਕ ਫਰਮਾਇਆ ਸੀ ਕਿ ਉਹ ਫਿਰ ਅੰਦਰ ਜਿਹੜੇ ਉਹ ਮਿਲੀਅਨ ਦੇ ਹਿਸਾਬ ਦੇ ਨਾਲ ਉਸ ਜਿਹੜਾ ਖਾਸ ਹੁੰਦਾ ਬੰਦਾ ਰੱਬ ਦਾ, ਉਹਦੇ ਅੰਦਰੋਂ ਫਿਰ ਹਜ਼ਾਰਾਂ ਲੱਖਾਂ ਜੁੱਸੇ ਨਿਕਲਦੇ ਨੇ, ਤੇ ਫਿਰ ਉਹ ਉਹਨਾਂ ਅੱਖਾਂ ਦੇ ਨਾਲ ਉਹ ਆਪਣੇ ਰੱਬ ਨੂੰ ਦੇਖਦਾ ਵਾ। ਤੇ ਉਹਦੇ ਨਾਲ ਫਿਰ ਸੁਲਤਾਨ ਸਾਹਿਬ ਨੇ ਤਸ਼ਬੀਹ ਦਿੱਤੀ ਹੈ